ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਜਗਜੀਤਪੁਰਾ ਵਿੱਚ ਇਕੱਠੇ ਹੋਏ ਆ। ਅਸੀਂ ਇਸ ਸੰਬੰਧ 'ਚ ਜਿਹੜੇ ਨੌਜਵਾਨ ਜਾਂ ਕੁੜੀਆਂ ਠੱਗੀ ਦਾ ਸ਼ਿਕਾਰ ਹੋ ਰਹੇ ਨੇ, ਦਿਨੋਂ ਦਿਨ ਇਹ ਵੱਧਦਾ ਜਾਂਦਾ ਗਾ। ਅੱਜ ਅਸੀਂ ਘੱਟੋ ਘੱਟ 20-25 ਜਾਣੇ ਇਸ ਮਸਲੇ 'ਚ ਇਕੱਠੇ ਹੋਏ ਆ ਕਿ ਸਾਡੇ ਨਾਲ ਅੱਜ ਠੱਗੀ ਹੋਈ ਆ। ਸਾਰਿਆਂ ਨਾਲ, ਕਿਸੇ ਨਾਲ 20 ਲੱਖ ਰੁਪਏ ਦੀ, ਕਿਸੇ ਨਾਲ 25 ਲੱਖ ਦੀ ਠੱਗੀ ਹੋਈ ਆ। ਸਾਰਿਆਂ ਨਾਲ ਠੱਗੀ ਹੋਈ ਆ ਤੇ ਇਹ ਦਿਨੋਂ ਦਿਨ ਵੱਧਦੀ ਜਾ ਰਹੀ ਆ ਠੱਗੀ। ਇਸ ਮਸਲੇ ਤੇ ਅਸੀਂ ਗੱਲ ਕਰਦੇ ਆ ਕਿ ਜਿਸ ਕਿਸੇ ਵੀ ਭੈਣ ਜਾਂ ਭਾਈ ਨਾਲ ਠੱਗੀ ਹੁੰਦੀ ਆ ਤਾਂ ਉਹ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ 78899 ਤੇ ਦੂਸਰਾ ਨੰਬਰ ਹੈ 80548 84303 ਤੇ, ਤਾਂ ਜੋ ਆਪਾਂ ਸਾਰੇ ਇਕੱਠੇ ਜੁੜੀਏ ਤੇ ਵੱਧ ਤੋਂ ਵੱਧ ਜੇਕਰ ਮੇਰੀ ਭੈਣ ਨਾਲ ਕਿਸੇ ਨਾਲ ਠੱਗੀ ਹੁੰਦੀ ਆ ਤਾਂ ਬਾਹਰ ਜਾ ਕੇ ਕੈਨੇਡਾ ਜਾ ਕੇ ਉਸਦਾ ਹਸਬੈਂਡ ਧੋਖਾ ਦੇ ਜਾਂਦਾ ਤਾਂ ਉਹ ਵੀ ਇਸ ਆਪਣੇ ਨਾਲ ਸ਼ਾਮਲ ਹੋਵੇ। ਜੇਕਰ ਮੁੰਡਾ ਕੁੜੀ ਵਾਲੇ ਧੋਖਾ ਦਿੰਦੀ ਆ, ਕੁੜੀ ਬਾਹਰ ਜਾ ਕੇ ਮੁੰਡੇ ਨੂੰ ਧੋਖਾ ਦਿੰਦੀ ਆ ਤਾਂ ਮੁੰਡੇ ਵਾਲੇ ਇਕੱਠੇ ਹੋਵੇ। ਆਪਣੇ ਵੱਧ ਤੋਂ ਵੱਧ ਆਪਾਂ ਭੈਣਾਂ ਤੇ ਭਰਾਵੋ ਇਕੱਠੇ ਹੋਈਏ ਤਾਂ ਕਿ ਇਸ ਦੀ ਆਵਾਜ਼ ਆਪਾਂ ਉੱਪਰ ਤੱਕ ਪਹੁੰਚਾ ਸਕੀਏ, ਕਿਉਂਕਿ ਹਰ ਇੱਕ ਅੱਜ ਦੇ ਯੁੱਗ ਵਿੱਚ ਚੱਲ ਰਿਹਾ ਕਿ ਕੁੜੀ ਜਾ ਕੇ ਬਾਹਰ ਜਾ ਕੇ ਸਰੇਆਮ ਮੁੱਕਰ ਰਹੀ ਆ। ਦਿਨੋਂ ਦਿਨ ਵੱਧ ਰਿਹਾ ਮਸਲਾ। ਇਸ ਮਸਲੇ ਨੂੰ ਠੱਲ ਪਾਉਣ ਲਈ ਭਰਾਵੋ ਪੁਲਿਸ ਵੀ ਕੁਛ ਸਾਥ ਨਹੀਂ ਦੇ ਰਹੀ, ਨਾ ਕੋਈ FIR ਦਰਜ ਕਰ ਰਹੀ ਹੈ। ਇਸ ਦੀ ਆਵਾਜ਼ ਆਪਾਂ ਨੂੰ ਚੁੱਕਣੀ ਪੈਣੀ ਆ। ਸਾਰੇ ਭੈਣ ਭਰਾਵਾਂ ਨੂੰ ਇਕੱਠੇ ਹੋਣਾ ਪੈਣਾ ਤੇ ਤਾਂ ਆਵਾਜ਼ ਇਹਦੀ ਆ ਜਿਹੜੀ ਆਪਾਂ ਚੁੱਕ ਸਕਦੇ ਆ। ਮੇਰੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਇਹੀ ਬੇਨਤੀ ਹੱਥ ਜੋੜ ਕੇ ਕਰਦਾ ਮੈਂ, ਚਾਹੇ ਕੋਈ ਭੈਣ ਆ ਚਾਹੇ ਕੋਈ ਭਰਾ ਗਾ ਜਿਸ ਨਾਲ ਇਹ ਠੱਗੀ ਹੋਈ ਆ, ਕਿਸੇ ਨੇ ਪੈਸੇ ਲਾਏ ਨੇ ਆਪਣੇ ਘਰ ਵਾਲੀ ਤੇ ਪੈਸੇ ਲਾਇਆ ਤੇ ਉਹਨੂੰ ਬਾਹਰ ਭੇਜਿਆ, ਕਿਸੇ ਵੀ ਵਿਦੇਸ਼ ਚਾਹੇ ਕੈਨੇਡਾ ਅਮਰੀਕਾ ਕਿਸੇ ਵੀ ਦੇਸ਼ ਭੇਜਿਆ ਤਾਂ ਉਹ ਬਾਅਦ 'ਚ ਜਾ ਕੇ ਜਵਾਬ ਦੇ ਦਿੰਦੀ ਆ, ਜਿਹਦਾ ਕਰਕੇ ਪੁਲਿਸ ਵੀ FIR ਨਹੀਂ ਕਰ ਰਹੀ। ਇਹ ਆਪਾਂ ਇਕੱਠੇ ਜੁੜੀਏ ਤਾਂ ਕਰਕੇ ਕੁੜੀਆਂ ਨੇ ਜਿਹੜੀਆਂ ਬਾਹਰ ਜਾ ਕੇ ਧੋਖਾ ਦੇ ਰਹੀਆਂ ਨੇ ਇਹਨਾਂ ਨੂੰ ਆਪਾਂ ਡਿਪੋਰਟ ਕਰਾ ਕੇ ਲਿਆਈਏ। ਇਹ ਭਰਾਵੋ ਤਾਂ ਹੀ ਆਪਾਂ ਡਿਪੋਰਟ ਕਰਾ ਸਕਦੇ ਜੇਕਰ ਇਕੱਠੇ ਹੋਵਾਂਗੇ। ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਤੇ ਵੱਧ ਤੋਂ ਵੱਧ ਆਪਾਂ ਇਕੱਠੇ ਹੋਈਏ ਤਾਂ ਕਿ ਇਸ ਦੀ ਆਵਾਜ਼ ਆ ਜਿਹੜੀ ਆਪਾਂ ਸਰਕਾਰਾਂ ਤੱਕ ਲੈ ਕੇ ਆਈਏ ਤੇ ਸਾਰੀਆਂ ਕੁੜੀਆਂ ਨੂੰ ਡਿਪੋਰਟ ਕਰਾ ਕੇ ਆਪਾਂ ਇੱਥੇ ਲਿਆਈਏ। ਤੇ ਇਹਨਾਂ ਤੇ ਜੇਕਰ ਕੋਈ ਵੀ ਪੁਲਿਸ ਵਾਲੇ ਜਾਂ ਥਾਣੇ ਵਾਲੇ ਜਾਂ SSP ਸਾਹਿਬ ਕੋਈ ਵੀ ਚਾਹੇ ਇਸ ਤੇ ਐਕਸ਼ਨ ਨਹੀਂ ਲੈਂਦੇ ਤਾਂ ਪੁਲਿਸ ਵਾਲੇ ਕੋਈ ਕਾਰਵਾਈ FIR ਦਰਜ ਨਹੀਂ ਕਰਦੇ ਕੁੜੀ ਤੇ ਜਾਂ ਉਹਨਾਂ ਦੇ ਮਾਪਿਓ ਤੇ, ਤਾਂ ਆਪਾਂ ਸਾਰੇ ਜਾਣੇ ਰਲ ਕੇ ਆਪਾਂ ਉਸ ਥਾਣੇ ਦਾ ਘਿਰਾਓ ਕਰਾਂਗੇ, FIR ਥਾਣੇ ਦਾ ਘਿਰਾਓ ਕਰਕੇ FIR ਦਰਜ ਕਰਵਾਵਾਂਗੇ। ਮੇਰੀ ਇਹੀ ਬੇਨਤੀ ਹੱਥ ਜੋੜ ਕੇ, ਕਿਉਂਕਿ ਇਕੱਲੇ ਕਹਿਰੇ ਦਾ ਕੁਝ ਨਹੀਂ ਬਣਨਾ ਵੀਰੋ, ਬਾਹਰੋਂ ਨਿਕਲੋ। ਜਿਹੜੇ ਮੇਰੇ ਵੀਰ ਅੰਦਰ ਬੈਠੇ ਆ ਗੱਲ ਸਿਪਾਹੀ ਬੈਠੇ ਨੇ ਉਹਨਾਂ ਨੂੰ ਇਹੀ ਬੇਨਤੀ ਹੱਥ ਜੋੜ ਕੇ ਕਿ ਬਾਹਰ ਆਓ, ਪਤਾ ਲੱਗੇ ਕਿ ਵੀ ਆਹ ਦੁਨੀਆ ਵਿੱਚ ਆਹ ਕੰਮ ਹੋ ਰਿਹਾ। ਇਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ। ਕਿਹੜੇ ਪਿੰਡਾਂ ਤੋਂ ਆਏ ਬਾਈ ਜੀ? ਅਸੀਂ ਪਿੰਡ ਚੋਂ ਆਏ, ਮੇਰਾ ਪਿੰਡ ਜਗਜੀਤਪੁਰਾ ਗਾ ਤੇ ਕੋਈ ਮੇਰਾ ਵੀਰ ਰਾਮਪੁਰੇ ਤੋਂ ਆਇਆ, ਕੋਈ ਜਲੰਧਰ ਤੋਂ ਆਇਆ, ਕੋਈ ਧੂਰੀ ਤੋਂ ਆਇਆਗਾ ਤੇ ਕੋਈ ਹਰਿਆਣੇ ਤੋਂ ਇੱਕ ਮੇਰਾ ਵੀਰ ਆਇਆਗਾ ਤੇ ਕੋਈ ਸਮਾਦ ਭਾਈ ਕੇ ਤੋਂ ਆਇਆ, ਇੱਕ ਮੇਰਾ ਵੀਰ ਕੋਠਾ ਗੁਰੂ ਕੇ ਤੋਂ ਆਇਆ ਤੇ ਇੱਕ ਜਲੰਧਰ ਤੋਂ ਆਇਆ। ਅਲੱਗ-ਅਲੱਗ ਪਿੰਡਾਂ ਚੋਂ ਜਾਣੀ ਕਿ ਪੂਰੇ ਪੰਜਾਬ ਦੇ ਵਿੱਚੋਂ ਅਸੀਂ 20-25 ਜਾਣੇ ਆਏ ਆ ਜਿਨ੍ਹਾਂ ਨਾਲ ਅਸੀਂ ਅੱਜ ਠੱਗੀ ਦਾ ਸ਼ਿਕਾਰ ਹੋ ਚੁੱਕਿਆ। ਕਿਸੇ ਮੇਰੇ ਵੀਰ ਨੇ 20 ਲੱਖ ਲਾਇਆ, ਕਿਸੇ ਨੇ 25 ਲੱਖ, ਜੋ ਕਿ ਸਾਡੇ ਘਰ ਵਾਲੀਆਂ ਇਸ ਟਾਈਮ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੀਆਂ ਨੇ, ਕੈਨੇਡਾ ਦੇ ਵਿੱਚ ਬੈਠੀਆਂ, ਜੋ ਕਿ ਸਾਨੂੰ ਜਵਾਬ ਦੇ ਗਈਆਂ। ਬਿਲਕੁਲ ਸਾਡੀਆਂ ਦਰਖਾਸਤਾਂ ਲੱਗੀ ਹੋਈ ਆ ਪਰ ਪੁਲਿਸ ਵੀ ਇਸ ਤੇ ਕੋਈ ਐਕਸ਼ਨ ਨਹੀਂ ਲੈ ਰਹੀ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਦੁਬਾਰੇ ਫੇਰ ਅਪੀਲ ਕਰਦਾ ਹੱਥ ਜੋੜ ਕੇ ਕਿ ਸਾਰੇ ਜਾਣੇ ਆਪਾਂ ਇਕੱਠੇ ਹੋਈਏ ਤੇ ਇਸ ਨੂੰ ਆਪਾਂ ਇਕੱਠੇ ਹੋ ਕੇ ਸਾਰਿਆਂ ਦੀ FIR ਦਰਜ ਕਰਵਾਈਏ, ਕਿਉਂਕਿ ਪੁਲਿਸ ਵੀ ਇਹਨਾਂ ਦਾ ਕੁਝ ਵੀ ਨਹੀਂ ਕਰ ਰਹੀ। ਪੁਲਿਸ ਇਹਨਾਂ ਤੇ ਐਕਸ਼ਨ ਬਿਲਕੁਲ ਨਹੀਂ ਲੈ ਰਹੀ। ਇਹੀ ਮੇਰੀ ਝੂਠੇ ਪਰਚੇ ਬਾਈ ਤੁਹਾਡੇ ਤੇ, ਝੂਠੇ ਪਰਚੇ। ਉਲਟ ਕੁੜੀ ਵਾਲੇ ਕੀ ਕਰਦੇ ਨੇ ਭਰਾਵੋ, ਕੀ ਆਪਣੇ ਉਲਟ ਪਰਚੇ ਦਰਜ ਕਰਵਾਈ ਜਾਂਦੇ ਨੇ, ਆਪਣੀ ਕੋਈ ਸੁਣਵਾਈ ਨਹੀਂ ਹੁੰਦੀ। ਕੁੜੀ ਵਾਲੇ ਕੀ ਕਰਦੇ ਨੇ, ਕਿਤੇ ਤਾਂ ਆਪਣੇ ਤੇ ਮਾਣਹਾਨੀ ਦਾ ਕੇਸ ਪਾਉਣ ਨੂੰ ਫਿਰਦੇ ਹੁੰਦੇ ਆ, ਕਿਤੇ ਦਾਜ ਦਾ ਲਾ ਦਿੰਦੇ ਨੇ, ਕਿਤੇ ਰਿਟ ਪਟੀਸ਼ਨ ਪਵਾ ਦਿੰਦੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ। ਭਰਾਵੋ ਹੁੰਦਾ ਆਪਣੇ ਨਾਲ ਧੱਕਾ, ਲੇਕਿਨ ਨੰਬਰ ਆਪਾਂ ਤੋਂ ਪਹਿਲਾਂ ਉਹ ਲੈ ਜਾਂਦੇ ਨੇ। ਕਿਸੇ ਮੇਰੇ ਵੀਰ ਤੇ ਕਾਸੇ ਦਾ ਪਵਾ ਦਿੰਦੇ, ਉਹਨਾਂ ਨੂੰ ਐ ਹੁੰਦਾ ਵੀ ਪੈਸੇ ਨਾ ਦੇਣੇ ਪੈਣ। ਇਹ ਦਿਨੋਂ ਦਿਨ ਵੱਧਦਾ। ਜਿਹੜੀਆਂ ਮੇਰੀਆਂ ਜਾਂਦੀਆਂ ਨੇ ਆਪਣੇ ਘਰ ਵਾਲੇ ਨੂੰ ਬਾਹਰ ਭੇਜ ਦਿੰਦੇ ਆ, ਬਾਕੀ ਉਹਨਾਂ ਦੇ ਰਿਲੇਸ਼ਨ ਕਿਸੇ ਹੋਰ ਨਾਲ ਹੁੰਦੇ ਨੇ ਜਿਨ੍ਹਾਂ ਨੂੰ ਬੁਲਾਉਣਾ ਚਾਹੁੰਦੀਆਂ ਨੇ, ਪੈਸੇ ਹੋਰ ਮੁੰਡੇ ਤੋਂ ਲਵਾ ਦਿੰਦੀਆਂ ਨੇ ਤੇ ਬਾਅਦ 'ਚ ਆ ਕੇ ਉੱਥੇ ਗੱਲ ਸੈਟਲਮੈਂਟ ਆ ਜਿਹੜੀ ਹੋਰ ਕਿਸੇ ਨਾਲ ਹੋ ਜਾਂਦੀ ਆ। ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਵੀਰੋ ਇਕੱਠੇ ਹੋਈਏ ਤੇ ਇਸ ਦੀ ਆਵਾਜ਼ ਆ ਜਿਹੜੀ ਆਪਾਂ ਪਹੁੰਚਾਈਏ ਤਾਂ ਸਰਕਾਰਾਂ ਤੱਕ। ਸਰਕਾਰਾਂ ਆਪਣੀਆਂ ਸੁੱਤੀਆਂ ਪਈਆਂ ਨੇ, ਇਹਨਾਂ ਨੂੰ ਬਿਲਕੁਲ ਨਹੀਂ। NRI ਵੀਰਾਂ ਨੂੰ ਵੀ ਤੇ NRI ਵੀਰਾਂ ਨੂੰ ਵੀ ਇਹੀ ਮੈਂ ਸਾਥ ਦੇਣਾ ਚਾਹਣਾ ਕਿ NRI ਵੀਰ ਵੀ ਸਾਡਾ ਵੱਧ ਤੋਂ ਵੱਧ ਸਾਥ ਦੇਣ ਤੇ ਤਾਂ ਜੋ ਜਿਹੜੀਆਂ ਕੁੜੀਆਂ ਕਰਕੇ ਗਈਆਂ ਨੇ ਠੱਗੀ ਕਰਕੇ ਗਈਆਂ ਨੇ ਇਸ ਦਾ ਕੋਈ ਨਤੀਜਾ ਕੱਢਿਆ ਜਾਵੇ। ਤੇ ਸਰਕਾਰ ਨੂੰ ਵੀ ਇਹੀ ਬੇਨਤੀ ਆ ਮੇਰੀ, ਜਸਟਿਨ ਟਰੂਡੋ ਨੂੰ ਤੇ ਉੱਥੋਂ ਦੇ ਵਿਦੇਸ਼ ਮੰਤਰੀ ਨੂੰ, ਕਿ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਇਹ ਕਰਕੇ ਜਾਂਦੀਆਂ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਡਿਪੋਰਟ ਕਰਕੇ ਇੱਥੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹੀ ਬੇਨਤੀ ਆ ਮੇਰੀ ਹੱਥ ਜੋੜ ਕੇ। ਤੇ ਬਾਕੀ ਕੁੜੀ ਵਾਲੇ ਭਰਾਵੋ ਮੇਰੇ ਇਹ ਸੋਚਦੇ ਆ
ਕਿ ਕੁੜੀ ਵਾਲੇ ਕਹਿੰਦੇ ਨੇ ਸਾਡੀ ਕੁੜੀ ਨੂੰ ਤੂੰ ਡਿਪੋਰਟ ਨਹੀਂ ਕਰਾ ਸਕਦਾ। ਇਹ ਬਾਦੂ ਭੁਲੇਖਾ ਉਹਨਾਂ ਨੂੰ ਆਇਆ ਵੀ ਸਾਡੀਆਂ ਕੁੜੀਆਂ ਡਿਪੋਰਟ ਨਹੀਂ ਹੋ ਸਕਦੀਆਂ। ਉਹ ਤੁਹਾਨੂੰ ਮੈਂ ਦੱਸਦਾ ਡਿਪੋਰਟ ਕਿਵੇਂ ਹੋ ਸਕਦੀਆਂ, ਕਿਉਂਕਿ ਸਾਰਾ ਕੁਝ ਹੋਰ ਹੋ ਜਾਂਦਾ। ਜਦੋਂ FIR ਦਰਜ ਹੋ ਗਈ ਵੀਰੋ, ਉਦੋਂ ਬਾਅਦ ਆਪਾਂ ਜਾ ਕੇ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਆ, PO ਲਗਾ ਕੇ ਉਦੋਂ ਬਾਅਦ LOC ਜਦੋਂ ਵੀ ਕੁੜੀ ਆਊਗੀ ਗ੍ਰਿਫਤਾਰੀ ਹੋ ਸਕਦੀ ਆ, ਤੇ ਉਸ ਦਾ ਆਪਾਂ ਪਾਸਪੋਰਟ ਵੀ ਕੈਂਸਲ ਕਰ ਸਕਦੇ ਆ। ਜਦੋਂ ਵੀਰੋ ਪਾਸਪੋਰਟ ਕੈਂਸਲ ਹੋ ਗਿਆ, ਨਾ ਤਾਂ ਕੁੜੀ ਨੂੰ ਵਰਕ ਪਰਮਿਟ ਮਿਲੇ, ਨਾ PR ਹੋ ਸਕਦੀ ਆ ਕੁੜੀ। ਠੀਕ ਆ, ਜਦੋਂ ਸਭ ਕੁਝ ਲੁਕ ਗਿਆ, ਉਧਰੋਂ ਘਰਦਿਆਂ ਤੇ ਪਰਚਾ ਦਰਜ ਹੋ ਗਿਆ, FIR ਦਰਜ ਹੋ ਗਈ, ਤੇ ਸਾਰਾ ਕੰਮ ਉਹਨਾਂ ਦਾ ਰੁਕ ਜਾਣਾ। ਕਈ ਵਾਰ ਕੁੜੀਆਂ ਨੂੰ ਭੁਲੇਖਾ ਹੁੰਦਾ ਕਿ ਸਾਨੂੰ ਡਿਪੋਰਟ ਨਹੀਂ ਕਰ ਸਕਦੇ, ਅਸੀਂ ਕੈਨੇਡਾ ਆ ਗਏ, ਪਰ ਇਹਦਾ ਹੱਲ ਤਾਂ ਨਿਕਲਣਾ ਵੀਰੋ ਜੇ ਆਪਾਂ ਇਕੱਠੇ ਹੋਵਾਂਗੇ, ਕਿਉਂਕਿ ਇਕੱਲੇ ਕਰੇ ਦਾ ਕੁਝ ਨਹੀਂ ਬਣਨਾ। ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ, ਤਾਂ ਹੀ ਹੱਲ ਪਾਵਾਂਗੇ ਇਸ ਕੰਮ ਤੋਂ। ਕਿਉਂਕਿ ਨਹੀਂ ਤਾਂ ਵੀਰੋ ਅੱਜ ਮੇਰੇ ਨਾਲ ਠੱਗੀ ਹੋਈ ਆ, ਸਾਡੇ ਭਰਾਵਾਂ ਨਾਲ 20-25 ਜਣਿਆਂ ਨਾਲ ਹੋਈ ਆ, ਕੱਲ ਨੂੰ ਇਹ ਕਿਸੇ ਹੋਰ ਨਾਲ ਵੀ ਹੋ ਸਕਦੀ ਆ, ਕਿਉਂਕਿ ਇਹ ਘਟਨ ਦਾ ਨਾਂ ਨਹੀਂ ਰਹਿ ਰਹੀ, ਦਿਨੋਂ ਦਿਨ ਵੱਧਦੀ ਜਾ ਰਹੀ ਆ। ਅੱਜ ਕਿਸੇ ਹੋਰ ਨਾਲ, ਕੱਲ ਨੂੰ ਕਿਸੇ ਨਾਲ ਹੋਰ ਨਾਲ ਹੋ ਰਹੀ ਹੈ। ਦਿਨੋਂ ਦਿਨ ਰੋਜ਼ ਰੋਜ਼ਾਨਾ ਹੀ ਅਖਬਾਰਾਂ 'ਚ ਪੜ੍ਹਦੇ ਆ, ਆਪਾਂ ਟੀਵੀਆਂ 'ਚ, ਚੈਨਲਾਂ 'ਚ, ਸਾਰੇ ਕਿਤੇ ਆਪਾਂ ਦੇਖਦੇ ਆ ਕਿ ਦਿਨੋਂ ਦਿਨ ਇਹ ਜਿਹੜਾ ਮਸਲਾ ਗਾ ਵੱਧਦਾ ਹੀ ਜਾ ਰਿਹਾ, ਘਟਣ ਦਾ ਨਾਂ ਨਹੀਂ ਹੈ। ਜੇਕਰ ਆਪਾਂ ਇਕੱਲੇ ਪੰਜਾਬ ਦੀ ਗੱਲ ਕਰੀਏ, ਘੱਟੋ ਘੱਟ 3000 ਮੁੰਡੇ ਤੋਂ ਉੱਪਰ ਇਸ ਦਾ ਸ਼ਿਕਾਰ ਹੋ ਚੁੱਕਿਆ ਗਾ। ਅਜੇ ਮੈਂ ਜੇਕਰ ਪੁਲਿਸ ਵੀ ਸਾਡੀ ਸੁਣਵਾਈ ਨਹੀਂ ਕਰਦੀ, ਜੇਕਰ ਇਹਦੇ ਐਕਸ਼ਨ ਨਹੀਂ ਲਿਆ ਜਾਂਦਾ, ਤਾਂ ਅਸੀਂ ਆਪਣੇ ਸਹੁਰੇ ਘਰ ਅਗਲੀ ਜਿਹੜੀ ਮੀਟਿੰਗ, ਅੱਜ ਸਾਡੀ ਮੀਟਿੰਗ ਰੱਖੀ ਗਈ ਸੀ, ਅਗਲੀ ਮੀਟਿੰਗ ਅਸੀਂ ਬਹੁਤ ਥੋੜੇ ਦਿਨਾਂ ਬਾਅਦ ਰੱਖ ਰਹੇ ਹਾਂ। ਤਾਂ ਸਹੁਰੇ ਪਰਿਵਾਰ ਦੇ ਜਿੱਥੇ ਜਿੱਥੇ ਸਾਡੇ ਸਹੁਰੇ ਨੇ, ਤਾਂ ਉਸ ਪਿੰਡ ਦੇ ਵਿੱਚ ਰੋਸ ਮਾਰਚ ਮੋਟਰਸਾਈਕਲਾਂ ਤੇ ਲਾ ਕੇ ਘੱਟੋ ਘੱਟ 150-200 ਜਾ ਕੇ ਮੋਟਰਸਾਈਕਲ ਤੇ ਕਾਲੀਆਂ ਝੰਡੀਆਂ ਲਾ ਕੇ ਜਲੂਸ ਕੱਢਿਆ ਜਾਣਾ, ਪਿੰਡ 'ਚ ਰੋਸ ਮਾਰਚ ਕੱਢਿਆ ਜਾਣਾਗਾ। ਜੇਕਰ ਨਹੀਂ ਹੁੰਦੀ ਸਾਡੀ ਸੁਣਵਾਈ, ਅਗਲੀ ਜਿਹੜੀ ਮੀਟਿੰਗ ਆ ਸਾਡੀ ਰੱਖੀ ਗਈ ਆ, ਥੋੜੇ ਦਿਨਾਂ ਬਾਅਦ ਅਸੀਂ ਤੈਅ ਕਰ ਦਾਂਗੇ ਮੀਟਿੰਗ ਅਗਲੀ ਹੋਣੀ ਆ, ਕਿਉਂਕਿ ਸਾਰੇ ਭਰਾਵਾਂ ਨੂੰ ਇਹੀ ਜੋੜ ਕੇ ਉਸ ਮੀਟਿੰਗ ਦੇ ਵਿੱਚ ਆਪਾਂ ਵੱਧ ਤੋਂ ਵੱਧ ਇਕੱਠੇ ਹੋਈਏ, ਤਾਂ ਕਿ ਜਿਹੜੇ ਕੁੜੀਆਂ ਵਾਲੇ ਆ ਉਹਨਾਂ ਦੇ ਐਕਸ਼ਨ ਲਿਆ ਜਾਵੇ। ਤੇ ਉਸ ਤੋਂ ਬਾਅਦ ਅਸੀਂ ਪੋਸਟਰ ਵੀ ਛਪਾਵਾਂਗੇ, ਪੋਸਟਰ ਛਪਾ ਕੇ ਉਹਨਾਂ ਦੇ ਘਰਾਂ 'ਚ, ਗੁਰਦੁਆਰਾ ਸਾਹਿਬ, ਸਕੂਲ ਦੇ ਸਾਹਮਣੇ ਪੋਸਟਰ ਛਪਾ ਕੇ ਲਾਵਾਂਗੇ ਵੀ ਇਹ ਫਲਾਣੇ ਦੀ ਕੁੜੀ ਇਹ ਸਾਡੇ ਨਾਲ ਇੰਨੀ ਠੱਗੀ ਮਾਰ ਕੇ ਗਈ ਆ, ਬਾਹਰ ਬੈਠੀ ਆ। ਤੇ ਇਹ ਰੋਸ ਮਾਰਚ ਮੋਟਰਸਾਈਕਲਾਂ ਦਾ ਵੀ ਕਰਿਆ ਜਾਣਾਗਾ। ਤੇ ਇਹੀ ਬੇਨਤੀ ਹੈ ਮੇਰੀ, ਬਸ ਸਾਰਿਆਂ ਨੂੰ ਹੱਥ ਜੋੜ ਕੇ ਕਿ ਆਪਾਂ ਵੱਧ ਤੋਂ ਵੱਧ ਇਕੱਠੇ ਹੋਈਏ, ਤੇ ਵੱਧ ਤੋਂ ਵੱਧ ਇਕੱਠੇ ਹੋਈਏ। ਇਹ ਸਾਡੇ 2 ਨੰਬਰ ਚੱਲ ਰਹੇ ਨੇ, ਇਹਨਾਂ ਤੇ ਕੰਟੈਕਟ ਮੇਰਾ ਭੈਣ ਆ ਜਾਂ ਕੋਈ ਭਾਈ ਆ ਜਿਹਦੇ ਨਾਲ ਠੱਗੀ ਦਾ ਸ਼ਿਕਾਰ ਹੋ ਚੁੱਕੀ ਆ, ਚਾਹੇ ਕੁੜੀ ਦੇ ਹਸਬੈਂਡ ਨੇ ਜੇ ਠੱਗੀ ਮਾਰੀ, ਉਹਦੇ ਘਰ ਵਾਲੇ ਨੇ ਮਾਰੀ ਆ, ਕੈਨੇਡਾ 'ਚ ਬੈਠਾ, ਮੇਰੀ ਭੈਣ ਇੱਥੇ ਬੈਠੀ ਆ, ਤਾਂ ਉਹ ਵੀ ਸੰਪਰਕ ਕਰੇ। ਜੇਕਰ ਕੁੜੀ ਠੱਗੀ ਮਾਰ ਰਹੀ ਆ, ਆਪਣਾ ਭਰਾ ਇੱਥੇ ਬੈਠਾ, ਉਹਦੇ ਨਾਲ ਠੱਗੀ ਹੋਈ ਆ, ਕੁੜੀ ਨਹੀਂ ਬੁਲਾਉਣਾ ਚਾਹੁੰਦੀ, ਜਾਂ ਉਹਦੀ FIR ਦਰਜ ਨਹੀਂ ਹੋ ਰਹੀ, ਜਾਂ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ, ਤਾਂ ਉਹ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰੇ। ਰਾਜੂ ਮਾਨ 80548 84303 ਤੇ ਸੰਪਰਕ ਕਰ ਸਕਦਾ ਹੈ। ਦੂਸਰਾ ਨੰਬਰ ਹੈ 78899 48628 ਜਸਵਿੰਦਰ ਸਿੰਘ। ਇਸ ਨੰਬਰ ਤੇ ਵੱਧ ਤੋਂ ਵੱਧ ਕੰਟੈਕਟ ਕਰੋ, ਚਾਹੇ ਮੇਰੀ ਭੈਣ ਨਾਲ, ਚਾਹੇ ਮੇਰੇ ਭਰਾ ਨਾਲ, ਕਿਸੇ ਨਾਲ ਵੀ ਠੱਗੀ ਹੋ ਰਹੀ ਹੈ, ਤਾਂ ਕਿ ਆਪਾਂ ਆਵਾਜ਼ ਬੁਲੰਦ ਕਰ ਸਕੀਏ।